ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਇਹੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਮਾ, ਮਨ ਕੀ ਮਨ ਹੀ ਮਾਹੇ ਰਹੀ। ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ ਰਹਾਉ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆ ਏ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਅਤੇ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਗੁਰੂ ਖਾਲਸਾ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ। ਧੰਨਤਾ ਦੇ ਯੋਗ ਹਾਂ, ਵੱਡਿਆਂ ਭਾਗਾਂ ਕਰਕੇ ਵੱਡਿਆਂ ਦੇ ਸ਼ਹੀਦੀ ਪੁਰਬ ਮਨਾਉਣ ਦਾ ਇਹ ਸੁਭਾਗ ਪ੍ਰਾਪਤ ਹੁੰਦਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਜੋ ਸਿੱਖ ਸੰਗਤਾਂ ਨੇ, ਗੁਰੂ ਕੇ ਸਿੱਖ ਪ੍ਰਚਾਰਕ ਵਿਦਵਾਨਾਂ ਨੇ ਮਨ ਦੇ ਅੰਦਰ ਦੀ ਵਿਚਾਰ ਬਣਾ ਕੇ ਕਿ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜਿੰਨੇ ਵੀ ਪਾਵਨ ਗੁਰਬਾਣੀ ਅੰਦਰ ਸ਼ਬਦ ਹਨ, ਉਹਨਾਂ ਦੀ ਲੜੀਵਾਰ ਵਿਚਾਰ ਕਰਕੇ ਆਪਣੇ ਹਿਰਦਿਆਂ ਦੇ ਅੰਦਰ ਵਸਾਈ ਜਾਵੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਅਸੀਸ ਨੂੰ ਪ੍ਰਾਪਤ ਕੀਤਾ ਜਾਵੇ। ਪਿਛਲੇ ਸਮਿਆਂ ਦੌਰਾਨ ਤੋਂ ਇਹ ਲੜੀ ਪ੍ਰਾਰੰਭ ਕੀਤੀ ਗਈ ਸੀ। ਰਾਗ ਸੋਰਠ ਦਾ ਅੱਜ ਦੂਸਰਾ ਸ਼ਬਦ ਹੈ, ਜਿਸ ਦੀ ਵਿਚਾਰ ਆਪਾਂ ਸਭ ਨੇ ਰਲ ਮਿਲ ਕਰਕੇ ਸਤਿਗੁਰੂ ਜੀ ਦੀ ਅਸੀਸ ਪ੍ਰਾਪਤ ਕਰਨੀ ਹੈ। ਆਓ ਸਤਿਗੁਰੂ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰੀਏ। ਇੱਕ ਵਾਰ ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਨਾਵਾਂ, ਮਨ ਕੀ ਮਨ ਹੀ ਮਾਹੇ ਰਹੀ। ਰਾਗ ਸੋਰਠ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿਰੰਜਨੀ ਨੌਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਇੱਕ ਮਾਂ ਆਪਣੇ ਬੱਚਿਆਂ ਨੂੰ ਸਮਝਾਉਂਦੀ ਹੈ, ਇੱਕ ਬਾਪ ਆਪਣੇ ਬੱਚਿਆਂ ਨੂੰ ਤਾਕੀਦ ਕਰਦਾ ਹੈ ਆਪਣੇ ਵੱਲ ਨੂੰ ਇਸ਼ਾਰਾ ਕਰਕੇ, ਉਸੇ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਮਨ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ, ਜੋ ਸਾਡੇ ਸਾਰਿਆਂ ਦੇ ਸਰੀਰ ਅੰਦਰ ਮਨ ਹੈ, ਸਭ ਦੇ ਸਰੀਰਾਂ ਅੰਦਰ ਮਨ ਹੈ, ਤੇ ਮਨ ਨੂੰ ਸੰਬੋਧਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ,
हे भाई ਵੇਖੋ ਸੰਸਾਰ ਦੇ ਵਿੱਚ ਜਿਹੜੇ ਮਾਇਆ ਦੇ ਮਗਰ ਲੱਗੇ ਹੋਏ ਹਨ, ਮਾਇਆ ਦੇ ਵਿੱਚ ਗਰਸੇ ਹੋਏ ਹਨ, ਉਹਨਾਂ ਦੀ ਮੰਦਭਾਗਤਾ ਹੈ ਕਿ ਉਹਨਾਂ ਦੇ ਮਨ ਦੇ ਅੰਦਰ ਦੀ ਜਿਹੜੀ ਆਸ ਹੈ ਉਹ ਮਨ ਵਿੱਚ ਹੀ ਰਹਿ ਗਈ। ਕਿਉਂਕਿ ਵੱਡੇ ਵੱਡੇ ਜਿਹੜੇ ਰਾਜੇ ਹਨ, ਕਿੰਨੇ ਕਿੰਨੇ ਵੱਡੇ ਕਰੋੜਪਤੀ ਹਨ ਸੰਸਾਰ ਵਿੱਚ, ਜਿਵੇਂ ਗੁਰਬਾਣੀ ਦੇ ਬਚਨ ਵੀ ਆਉਂਦੇ ਹਨ ਕਿ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ, ਕਿ ਰਾਵਣ ਵਰਗਿਆਂ ਦੇ ਕੋਲ ਸੋਨੇ ਦੀ ਲੰਕਾ ਬਣੀ ਹੈ, ਕਿੰਨਾ ਕੁਝ ਸਨਮਾਨ ਹੈ ਉਹਦੇ ਪਾਸ, ਪਰ ਆਖਰ ਕਹਿੰਦੇ ਉਹ ਕੁਝ ਵੀ ਲੈ ਕੇ ਨਹੀਂ ਗਿਆ ਸੰਸਾਰ ਵਿੱਚੋਂ। ਅਗਲਾ ਬਚਨ ਮਹਾਰਾਜ ਕਰਦੇ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਇਹ ਮਨੁੱਖਾ ਜਨਮ ਜਿਹੜਾ ਮਿਲਿਆ ਹੈ, ਮਨੁੱਖਾ ਦੇਹੀ ਜਿਹੜੀ ਇਹ ਪ੍ਰਾਪਤ ਹੋਈ ਹੈ, ਇਸ ਦੇਹੀ ਦੇ ਅੰਦਰ ਜਿਸ ਕਾਰਜ ਵਾਸਤੇ ਪਰਮੇਸ਼ਰ ਵਾਹਿਗੁਰੂ ਨੇ ਭੇਜਿਆ ਹੈ ਸੰਸਾਰ ਦੇ ਵਿੱਚ, ਕਿ ਪਰਮੇਸ਼ਰ ਵਾਹਿਗੁਰੂ ਦੇ ਜਿਵੇਂ ਗੁਰੂ ਸਾਹਿਬ ਜੀ ਦੇ ਬਚਨ ਹਨ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕਿ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਇਹ ਦੇਹੀ ਪ੍ਰਾਪਤ ਹੋਈ ਹੈ। ਇਹ ਨਹੀਂ ਕਿ ਇਹ ਦੇਹੀ ਦੇ ਇਕੱਲੀ ਵਿੱਚ ਹੀ ਸਿਮਰਨ ਹੋਣਾ ਹੈ, ਸਿਮਰਨ ਤਾਂ ਸਾਰੇ ਸਰੀਰ ਕਰਦੇ ਨੇ, ਸਾਰੀ ਸ੍ਰਿਸ਼ਟੀ ਕਰਦੀ ਹੈ, ਜਿੰਨੀ ਧਰਤੀ, ਆਕਾਸ਼, ਹਵਾ, ਅੱਗ, ਇਹ ਸਭ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਪਰ ਜਿਹੜਾ ਇਹ ਮਨੁੱਖਾ ਸਰੀਰ ਹੈ, ਇਸ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਆਖ ਕੇ ਇਸ ਸਰੀਰ ਦੀ ਜਿਹੜੀ ਪਰਮੇਸ਼ਰ ਵਾਹਿਗੁਰੂ ਦੇ ਘਰ ਵਿੱਚ ਥਾਂ ਹੈ, ਉਹ ਬਹੁਤ ਉੱਚੀ ਥਾਂ ਲਿਖੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਦੇ ਪ੍ਰਤੀ ਵਾਰ-ਵਾਰ ਇੱਥੇ ਬਚਨ ਕਰਦੇ ਹਨ, ਨਾ ਹਰ ਭਜੇ, ਨਾ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕੀਤਾ, ਨਾ ਤੀਰਥ ਸੇਵੇ, ਨਾ ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੀ ਸਿਫਤ ਸਲਾਹ, ਪਰਮੇਸ਼ਰ ਦੀ ਸੇਵਾ ਕੀਤੀ। ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਜਿਹੜੇ ਸੰਤ ਭਗਤ ਹਨ, ਜਿਵੇਂ ਗੁਰਬਾਣੀ ਦਾ ਪਾਵਨ ਪਵਿੱਤਰ ਬਚਨ ਹੈ, ਨਾਮ ਰਤੇ ਤੀਰਥ ਸੇ ਨਿਰਮਲ, ਜਿਹੜੇ ਨਾਮ ਵਿੱਚ ਰਤੇ ਹੋਏ ਹਨ ਉਹ ਤੀਰਥ ਦੇ ਸਮਾਨ ਉਹਨਾਂ ਦਾ ਜੀਵਨ ਹੈ। ਕਿ ਐਸੇ ਰੱਬ ਦੇ ਭਗਤਾਂ ਦੇ ਨਿਰਮਲ ਜਿਹੜੇ ਦਰਸ਼ਨ ਹਨ, ਉਹਨਾਂ ਦੀ ਜਿਹੜੀ ਸੇਵਾ ਹੈ, ਨਾ ਕਹਿੰਦੇ ਸੇਵਾ ਕੀਤੀ, ਚੋਟੀ ਕਾਲ ਗਹੀ। ਤੇ ਜਦੋਂ ਕਹਿੰਦੇ ਅੰਤਲਾ ਸਮਾਂ ਆਇਆ ਕਿ ਜਮਾ ਨੇ ਕੀ ਕੀਤਾ, ਉਸ ਸਮੇਂ ਕਹਿੰਦੇ ਜਮਾ ਨੇ ਜਿਹੜੀ ਸਿਰ ਦੀ ਚੋਟੀ, ਭਾਵ ਸਿਰ ਦੇ ਉੱਪਰਲੇ ਕੇਸਾਂ ਤੋਂ ਪਕੜ ਕਰਕੇ ਤੇ ਇਸ ਸਰੀਰ ਨੂੰ ਲੈ ਜਾਣਾ ਕੀਤਾ। ਜਿਵੇਂ ਗੁਰਬਾਣੀ ਦੇ ਬਚਨ ਹਨ, ਜਬ ਜਮ ਆਏ ਕੇਸ ਗਹਿ ਪਟਕੇ, ਤਾਂ ਦਿਨ ਕਿਛ ਨਾ ਵਸਾਹੇਗਾ। ਜਦੋਂ ਜਮ ਆਏ ਕਹਿੰਦੇ ਕੇਸਾਂ ਤੋਂ ਫੜ ਕੇ ਪਟਕ ਕੇ ਮਾਰਿਆ, ਉਦੋਂ ਕਿਸੇ ਨੂੰ ਕੀ ਦੱਸੇਗਾ ਕਿ ਮੈਨੂੰ ਬਚਾ ਲਓ। ਉਸ ਸਮੇਂ ਕਿਸੇ ਨੇ ਤੇਰੀ ਕੋਈ ਸੁਣਨੀ ਨਹੀਂ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਬਚਨ ਕਰਦੇ, ਦਾਰਾ ਮੀਤ ਪੂਤ ਰਥ ਸੰਪਤ, ਧਰਮ ਪੂਰਨ ਸਭ ਮਹੀ। ਇਸਤਰੀ ਹੈ, ਮਿੱਤਰ ਹੈ, ਪੁੱਤਰ ਹੈ, ਧਨ ਪਦਾਰਥ ਹਨ, ਰਥ ਸੰਪਤੀ ਹੈ, ਇੱਥੋਂ ਤੱਕ ਕਿ ਧਰਤੀ ਦੇ ਵਿੱਚ ਬਹੁਤ ਭਾਰੀ ਇੱਥੋਂ ਤੱਕ ਰਾਜ ਹੈ ਕਿ ਇੰਨੀ ਧਰਤੀ ਸਾਡੇ ਕੋਲ ਹੈ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨ ਆਉਂਦੇ ਨੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਰੀ ਬਿਧ, ਨਿਆਵਤ ਸੀਸ ਨਾ ਜਾਤ ਵਿਚਾਰੇ, ਇਤੇ ਭੈ ਤੋ ਪਹ ਪੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇਹ ਸਭ ਕੁਝ ਹੈ, ਧਰਤੀ ਦਾ ਰਾਜ ਹੈ, ਇੰਨੀ ਧਰਤੀ ਮੇਰੇ ਕੋਲ ਹੈ। ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਚਾ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਅਵਰ ਸਗਲ, ਇਹ ਸਭ ਕੁਝ ਹੋਣ ਤੋਂ ਬਾਅਦ ਵਿੱਚ ਹੋਰ ਕਿੰਨਾ ਕੁਝ ਹੈ। ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ ਐਟਸਟਰਾ ਆਦਿ, ਭਾਵ ਕਿ ਹੋਰ ਕਿੰਨਾ ਕੁਝ ਹੈ। ਮਿਥਿਆ ਇਹ ਜਾਣੋ, ਇਹ ਸਭ ਕੁਝ ਮਿਥਿਹਾਸ ਹੈ, ਇੱਥੇ ਹੀ ਰਹਿਣ ਵਾਲਾ ਹੈ। ਇਹ ਸਭ ਕੁਝ ਸਾਡੇ ਨਾਲ ਜਾਣ ਵਾਲਾ ਨਹੀਂ, ਸਭ ਕੁਝ ਇੱਥੇ ਰਹਿ ਜਾਣਾ ਹੈ। ਨਾਲ ਕੀ ਜਾਣਾ ਹੈ? ਮਹਾਰਾਜ ਬਚਨ ਕਰਦੇ, ਭਜਨ ਰਾਮ ਕੋ ਸਹੀ, ਜਿਹੜਾ ਸਾਥੀ ਹੈ ਉਹ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਨਾਮ ਤੋਂ ਬਿਨਾਂ ਕੁਝ ਵੀ ਸਾਡੇ ਨਾਲ ਅੱਗੇ ਨਹੀਂ ਜਾਣਾ। ਅਗਲਾ ਬਚਨ ਕਰਦੇ ਮਹਾਰਾਜ, ਫਿਰਤ ਫਿਰਤ ਬਹੁਤੇ ਜੁਗ ਹਾਰਿਓ,
ਮਾਨਸ ਦੇਹ ਲਹੀ। ਫਿਰਤ ਫਿਰਤ ਕਿ ਜਦੋਂ ਤੋਂ ਸੰਸਾਰ ਸ੍ਰਿਸ਼ਟੀ ਬਣੀ ਹੈ, ਇਹ ਸੰਸਾਰ ਸ੍ਰਿਸ਼ਟੀ ਤੋਂ ਬਾਅਦ ਯੁੱਗ ਬਣੇ ਨੇ, ਇਹ ਸਭ ਕੁਝ ਬਣਿਆ ਹੈ, ਤੇ ਉਦੋਂ ਤੋਂ ਲੈ ਕੇ ਸਾਡੇ ਜੂਨ ਪ੍ਰਾਪਤ ਹੁੰਦੀ ਰਹੀ ਹੈ, ਉਦੋਂ ਤੋਂ ਸਾਨੂੰ ਜਨਮ ਮਿਲਦਾ ਰਿਹਾ ਹੈ। ਉਹਨਾਂ ਯੁੱਗਾਂ ਦੇ ਵਿੱਚ ਵੀ ਜਿਹੜੀਆਂ ਜੂਨਾਂ ਮਿਲੀਆਂ, ਭਟਕਦੇ ਰਹੇ, ਅਖੀਰ ਕਹਿੰਦੇ ਸਰੀਰ ਥੱਕ ਗਿਆ, ਅੱਕ ਗਿਆ। ਬਹੁਤੇ ਯੁੱਗ ਹਾਰਿਓ, ਬਹੁਤ ਯੁੱਗਾਂ ਵਿੱਚ, ਭਾਵ ਕਿ ਚਾਰੇ ਯੁੱਗਾਂ ਵਿੱਚ ਵਾਰ-ਵਾਰ ਜਨਮ ਮਿਲਿਆ, ਵਾਰ-ਵਾਰ ਅਸੀਂ ਹਾਰ ਕੇ ਇੱਥੇ ਡਿੱਗਦੇ ਰਹੇ। ਇਹਨਾਂ ਜੂਨਾਂ ਦੇ ਵਿੱਚ ਵਾਰ-ਵਾਰ ਡਿੱਗਦੇ ਰਹੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਉਕਰੈ ਸੁਕਰੈ ਕਾਕੈ ਸਰਪਨੈ ਤੁਲਖਲੈ। ਇਹ ਸਾਰੀਆਂ ਜੂਨਾਂ ਵਿੱਚ ਵਾਰ-ਵਾਰ ਆਏ, ਥੱਕ ਗਏ, ਅਖੀਰ ਕਹਿੰਦੇ ਇਹ ਸਵਾਸ ਨਿਕਲ ਗਏ, ਇੱਥੇ ਸਰੀਰ ਡਿੱਗ ਪਿਆ, ਧੜਾ ਕਰਕੇ ਡਿੱਗ ਪਿਆ। ਬਹੁਤ ਜਨਮ ਤੱਕ ਇਹਨਾਂ ਜਨਮਾਂ ਦੇ ਵਿੱਚ ਫਿਰਦੇ ਰਹੇ। ਮਾਨਸ ਦੇਹ ਲਹੀ, ਅੱਜ ਇਹ ਮਨੁੱਖਾ ਜਨਮ ਮਿਲਿਆ ਹੈ। ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ ਕਿ ਇਹ ਜਿਹੜਾ ਮਨੁੱਖਾ ਜਨਮ ਮਿਲਿਆ, ਇਸੇ ਜਨਮ ਵਿੱਚ ਹੀ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਭਗਤੀ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਦੇਸ਼ ਵਿੱਚ ਜਾਇਆ ਜਾ ਸਕਦਾ ਹੈ। ਗੁਰਬਾਣੀ ਦੇ ਬਚਨਾਂ ਅਨੁਸਾਰ ਸਾਰੀ ਸ੍ਰਿਸ਼ਟੀ ਕਾਇਨਾਤ ਪਰਮੇਸ਼ਰ ਵਾਹਿਗੁਰੂ ਨੂੰ ਆਪਣੀ ਆਪਣੀ ਬੋਲੀ ਵਿੱਚ ਸਿਮਰਦੀ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਜਿੰਨੇ ਵੀ ਮੱਛੀ ਮਿਰਗ ਜਿੰਨੇ ਪੰਛੀ ਹਨ, ਜਿਵੇਂ ਜਿਵੇਂ ਆਪਣੀ ਆਵਾਜ਼ ਵਿੱਚ ਬੋਲਦੇ ਹਨ, ਉਹ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਪਰ ਮਨੁੱਖਾ ਦੇਹੀ ਨੂੰ ਸਾਰੀਆਂ ਜੂਨਾਂ ਦਾ ਸਰਦਾਰ ਆਖਿਆ ਹੈ ਕਿ ਇਹ ਮਨੁੱਖ ਤੂੰ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰ, ਇਹ ਤੈਨੂੰ ਸਰੀਰ ਜਿਹੜਾ ਇਹ ਬਹੁਤ ਕੀਮਤ ਤਾਰ ਕੇ ਲੱਭਾ ਹੈ। ਗੁਰਬਾਣੀ ਦੇ ਜਿਵੇਂ ਬਚਨ ਹਨ ਕਿ ਸੇਵਾ ਕਰਕੇ ਤੇ ਸਿਮਰਨ ਕਰਕੇ ਇਹ ਜਿਹੜੀ ਮਨੁੱਖਾ ਦੇਹੀ ਇਹ ਪ੍ਰਾਪਤ ਹੋਈ ਹੈ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਾਵਨ ਸੁੰਦਰ ਸਰੂਪ ਰਾਹੀਂ ਇਹ ਬਚਨ ਕਰਦੇ ਹਨ। ਮਿਲਨ ਕੀ ਬਰੀਆ, ਬਰੀਆ ਕਹਿੰਦੇ ਉਹ ਵਾਰੀ, ਉਹ ਸਮਾਂ ਅੱਜ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ, ਪਰਮੇਸ਼ਰ ਦੇ ਸਿਮਰਨ ਨਾਲ, ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਪ ਕਰਨ ਦਾ ਇਹ ਮਨੁੱਖਾ ਦੇਹੀ ਵਿੱਚ ਇਹ ਸਮਾਂ ਹੈ। ਸਿਮਰਤ ਕਹਾ ਨਹੀਂ, ਕਿਉਂ ਨਹੀਂ ਤੂੰ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਦਾ, ਕਿਉਂ ਨਹੀਂ ਤੂੰ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰਦਾ। ਅੱਜ ਇਹ ਜਿਹੜਾ ਤੇਰਾ ਸਮਾਂ ਹੈ ਪਰਮੇਸ਼ਰ ਵਾਹਿਗੁਰੂ ਦੇ ਪਾਵਨ ਸ਼ਬਦ ਨਾਲ ਜੁੜਨ ਦਾ, ਇਸ ਤੋਂ ਬਿਨਾਂ ਹੋਰ ਕੋਈ ਐਸਾ ਸਮਾਂ ਨਹੀਂ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਪਾਵਨ ਸ਼ਬਦ ਨਾਲ ਜੁੜਿਆ ਜਾ ਸਕੇ। ਕੇਵਲ ਤੇ ਕੇਵਲ ਇਹ ਮਨੁੱਖਾ ਦੇਹੀ ਹੈ ਕਿ ਪਰਮੇਸ਼ਰ ਵਾਹਿਗੁਰੂ ਦੇ ਪਾਵਨ ਸ਼ਬਦ ਨਾਲ ਜੁੜਿਆ ਜਾ ਸਕੇ। ਕੇਵਲ ਇਹੀ ਇੱਕ ਜਿਹੜਾ ਸਮਾਂ ਮਨੁੱਖਾ ਦੇਹੀ ਵਿੱਚ ਹੀ ਹੈ। ਸਤਿਗੁਰੂ ਦੀ ਕਿਰਪਾ ਕਰਨ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫੀ। ਗੁਰੂ ਕੇ ਸਿੱਖਾਂ ਦੇ ਰਾਹੀਂ ਜੋ ਵੱਡਾ ਉਪਰਾਲਾ ਕੀਤਾ ਗਿਆ ਹੈ, ਸਤਿਗੁਰੂ ਜੀ ਸਾਰੇ ਗੁਰਸਿੱਖ ਪ੍ਰਚਾਰਕ ਵੀਰਾਂ ਦੇ ਸਿਰ ਤੇ ਹੱਥ ਰੱਖਣ, ਆਪਣੇ ਦਰ ਦੀ ਸਦਾ ਵਾਸਤੇ ਅਸੀਸ ਬਖਸ਼ਿਸ਼ ਕਰਨ। ਜਿਹੜਾ ਬਚਨ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਵਿੱਚ ਲਿਖਿਆ ਹੈ, ਤੇਗ ਬਹਾਦਰ ਸਿਮਰਿਆ ਕਾਰਨੋਂ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਗੁਰਸਿੱਖ ਜਿਹੜੇ ਪ੍ਰਚਾਰਕ ਵੀਰ ਹਨ, ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸਿਮਰਨ ਕਰਦਿਆਂ ਉਹਨਾਂ ਦਾ ਜੀਵਨ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਰਹੇ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸਿਮਰਨ ਕਰਦਾ ਹੈ, 9 ਨਿਤੀਆਂ ਜਿਹੜੀਆਂ ਨੇ ਉਹ ਉਹਦੇ ਘਰ ਵਿੱਚ ਧਾ ਕੇ ਆ ਜਾਂਦੀਆਂ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਐਸੇ ਸੰਸਾਰ ਰੂਪੀ ਸਮੁੰਦਰ ਦੇ ਵਿੱਚੋਂ ਵਿਕਾਰਾਂ ਦੀਆਂ ਛੱਲਾਂ ਤੋਂ ਆਪ ਬਚਾ ਲੈਣ, ਆਪਣੇ ਦਰ ਦੀ ਅਸੀਸ ਬਖਸ਼ਿਸ਼ ਕਰਨ, ਆਪਣਾ ਮਿਹਰ ਭਰਿਆ ਹੱਥ ਰੱਖਣ। ਹੋਈਆਂ ਭੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ